ਜਿਹੜੀ ਸੀਟ ਤੋਂ ਤੁਸੀਂ ਇਸ ਵੇਲੇ ਚੋਣ ਮੈਦਾਨ ਦੇ ਵਿੱਚੋਂ ਬੜੀ ਹਾਈ ਪ੍ਰੋਫਾਈਲ ਸੀਟ ਹੈ, ਦੇਸ਼ ਹੀ ਨਹੀਂ ਵਿਦੇਸ਼ ਦੇ ਲੋਕਾਂ ਦੇ ਵੀ ਇੱਥੇ ਨਿਗਾਹ ਟਿਕੀ ਹੋਈ ਹੈ ਕਿ ਉੱਥੋਂ ਕੌਣ ਜਿੱਤੇਗਾ। ਤੁਸੀਂ ਇਸ ਚੁਣੌਤੀ ਨੂੰ ਕਿਵੇਂ ਮੰਨਦੇ ਹੋ? ਸਿੱਧੂ ਸਾਹਿਬ ਨੂੰ ਤੇ ਮਜੀਠੀਆ ਸਾਹਿਬ ਨੂੰ ਐਕਸਪੀਰੀਅੰਸ ਹੈ ਕਿ ਇੱਕ ਅੱਛੀ ਸਟੇਟ ਨੂੰ ਕਿੱਦਾਂ ਹੌਲੇ ਕਰਕੇ ਡਿੱਗ ਦੇਣਾ, ਇਹਦਾ ਐਕਸਪੀਰੀਅੰਸ ਹੈ। ਦੇਖੋ ਇਸ ਇਲੈਕਸ਼ਨ ਦੇ ਵਿੱਚ ਜਿਹੜੇ ਦੋ ਵੱਡੇ ਕੰਟੈਸਟੈਂਟ ਜਾਂ ਵੱਡੇ ਨਹੀਂ ਕਹਿੰਦਾ, ਮੈਂ ਕਹਿੰਦਾ ਜੀ ਮੇਰੇ ਤੋਂ ਪਹਿਲਾਂ ਜਿਹੜੇ ਦੋ ਵੱਡੇ ਕੰਟੈਸਟੈਂਟ ਆਏ ਨੇ ਉਹਨਾਂ ਵਿੱਚੋਂ ਇੱਕ ਦੀ ਜਿਹੜੀ ਸਪੈਸ਼ਲਾਈਜੇਸ਼ਨ ਹੈ ਉਹ ਐਂਟਰਟੇਨਮੈਂਟ ਦੀ ਹੈ, ਤੇ ਹੁਣ ਇਹ ਵੀ ਅਸੈਂਬਲੀ ਦਾ ਕੰਟੈਸਟ ਇੱਕ ਵੱਡਾ ਐਂਟਰਟੇਨਮੈਂਟ ਬਣ ਕੇ ਰਹਿ ਗਿਆ। ਤੇ ਗਾਲੀ ਗਲੋਚ, ਤੂੰ ਮੈਂ ਇੱਕ ਦੂਜੇ ਨੂੰ ਮਾਰਨ ਪਿੱਟਣਾ, ਹਰਾਣਾ, ਇੱਕ ਦੁਸ਼ਮਣੀ ਨੂੰ ਕੱਢਣਾ, ਉਹ ਇਲੈਕਸ਼ਨ ਦਾ ਇੱਕ ਜ਼ਰੀਆ ਬਣ ਚੁੱਕਿਆ ਹੈ ਜੀ। ਔਰ ਕੋਈ ਭਾਵਨਾ ਨਹੀਂ ਹੈ ਕਿ ਜੀ, ਕਿਉਂਕਿ ਇੱਦਾਂ ਹੁੰਦਾ ਨਾ ਜੀ, ਤੁਸੀਂ ਕਿਸੇ ਆਪਣੀ ਭਾਵਨਾ ਨੂੰ ਲੈ ਕੇ ਆਓ, ਇੱਕ ਆਪਣੀ ਐਂਬੀਸ਼ਨ ਨੂੰ ਲੈ ਕੇ ਆਓ, ਉਹ ਜਦੋਂ ਪੂਰੀ ਹੋ ਜਾਂਦੀ ਹੈ ਫਿਰ ਕੋਈ ਇੰਟਰਸਟ ਨਹੀਂ ਰਹਿੰਦਾ। ਤੇ ਜੇ ਮਜੀਠੀਆ ਸਾਹਿਬ ਦਾ ਇਹ ਇੰਟਰਸਟ ਹੈ ਕਿ ਮੈਨੂੰ ਤਾਂ ਸਿੱਧੂ ਨੂੰ ਹਰਾਉਣਾ ਹੈ, ਤੇ ਜਿੱਦਣ ਉਹ ਪੂਰਾ ਹੋ ਗਿਆ ਉਹ ਹੋਰ ਤਾਂ ਜਿੱਦਾਂ ਹੈ ਨਹੀਂ ਫਿਰ ਉਹਨਾਂ ਦੇ ਕੋਲ। ਸਿੱਧੂ ਸਾਹਿਬ ਵੀ ਅਕਸਰ ਜਦੋਂ ਗੱਲ ਕਰਦੇ ਨੇ ਪੰਜਾਬ ਮਾਡਲ ਦੀ ਤਾਂ ਤਾਮਿਲਨਾਡੂ ਦਾ ਖਾਸ ਤੌਰ ਤੇ ਉਹ ਜ਼ਿਕਰ ਕਰਦੇ ਨੇ, ਤੁਸੀਂ ਉੱਥੋਂ ਆਏ ਹੋ ਤੇ ਕਿਵੇਂ ਇਹ ਚੀਜ਼ ਸਾਰੀ ਜੁੜੇਗੀ? ਉਹ ਭਾਈ ਸਾਹਿਬ ਉਹ ਨਕਲੀ ਨੇ, ਉਹ ਤਾਂ ਮਾਡਲ ਦੀ ਗੱਲ ਕਰਦੇ, ਅਸੀਂ ਤਾਂ ਮਾਡਲ ਨੂੰ ਇੰਪਲੀਮੈਂਟ ਕਰਕੇ ਉੱਥੋਂ ਆ ਰਹੇ ਹਾਂ। ਔਰ ਦੂਜੀ ਗੱਲ ਇਹ ਹੈ ਕਿ ਉਹ 10 ਸਾਲ MP ਤੇ 5 ਸਾਲ MLA ਰਹਿ ਚੁੱਕੇ, ਉਹਦੇ ਵਿੱਚੋਂ 2 ਸਾਲ ਮਿਨਿਸਟਰ ਸੀਗੇ, ਫਿਰ ਵੀ ਉਹਨਾਂ ਨੂੰ ਇੱਕ ਹੋਰ ਪੋਰਟਫੋਲੀਓ ਮਿਲਿਆ ਜੋ ਉਹਨਾਂ ਨੂੰ ਲਿੱਤਾ ਨਹੀਂ, ਹੈ ਨਾ ਜੀ। ਤੇ ਉਦੋਂ ਜਦੋਂ ਮੌਕਾ ਮਿਲਿਆ ਸੀ ਉਦੋਂ ਤਾਂ ਉਹਨਾਂ ਨੇ ਇਹਨੂੰ ਮਾਡਲ ਨੂੰ ਇੰਪਲੀਮੈਂਟ ਨਹੀਂ ਕੀਤਾ ਔਰ ਬਿਲਕੁਲ ਫੇਲ ਹੋ ਗਏ। ਹੁਣ ਕਹਿੰਦੇ ਮੈਂ ਦੁਬਾਰਾ ਮਾਡਲ ਇੰਪਲੀਮੈਂਟ ਕਰਾਂਗਾ। ਕਿ ਮੈਂ ਤਾਂ ਥੋੜਾ ਜਿਹਾ SGPC ਨੂੰ ਵੀ ਕਹਾਂਗਾ ਕਿ ਭਾਈ ਸਾਹਿਬ ਤੁਹਾਡੀ ਜ਼ਿੰਮੇਵਾਰੀ ਸੀ, ਗੁਰੂ ਸਾਹਿਬ ਨੇ ਤਾਂ ਕਿਹਾ ਸੀ ਸ਼ਰਾਬ ਵੀ ਨਹੀਂ ਪੀਣੀ, ਤੇ ਤੁਸੀਂ ਨਸ਼ੇ ਕਰਵਾ ਕੇ ਮਤਲਬ ਇੱਥੇ ਹੋ ਰਹੇ ਨੇ, ਔਰ ਸਿੱਖਾਂ ਦੀ ਜਿੱਥੇ ਮੈਜੋਰਿਟੀ ਹੈ ਤੇ ਕਿੱਦਾਂ ਹੋ ਸਕਦੀ ਹੈ। ਤੇ ਥੋੜਾ ਜਿਹਾ SGPC ਨੂੰ ਵੀ ਸੋਚਣਾ ਚਾਹੀਦਾ ਹੈ ਕਿ ਕੀ ਅਸੀਂ ਥੋੜਾ ਜਿਹਾ ਫੇਲ ਹੋਏ ਹਾਂ ਕਿ ਸਿੱਖੀ ਅਸੂਲਾਂ ਦੇ ਵਿੱਚ ਜਿਹੜੀ ਕਿ ਇਸ ਚੀਜ਼ਾਂ ਤੇ ਪੂਰੀ ਤਰ੍ਹਾਂ ਤੇ ਪਾਬੰਦੀ ਲੱਗਦੀ ਹੈ, ਉਹੀ ਦੇਸ਼, ਉਹੀ ਪੰਜਾਬ ਨਸ਼ਿਆਂ ਦੇ ਹੋ ਜਾਏ ਤਾਂ ਇਹਦਾ ਕੀ ਜ਼ਿੰਮੇਵਾਰੀ, ਕਿਹਦੀ ਜ਼ਿੰਮੇਵਾਰੀ ਹੈ? ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਅਜੀਤ ਵੈਬ TV। ਮੈਂ ਹਾਂ ਸੁਰਿੰਦਰਪਾਲ ਸਿੰਘ ਵਰਪਾਲ। ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਇਸ ਵਾਰ ਪਹਿਲੀ ਵਾਰ ਭਾਜਪਾ ਵੱਡੇ ਪੱਧਰ ਦੇ ਉੱਤੇ ਚੋਣ ਮੈਦਾਨ ਦੇ ਵਿੱਚ ਨਿਤਰੀ ਹੋਈ ਹੈ, ਤਾਂ ਬਹੁਤ ਸਾਰੇ ਉਮੀਦਵਾਰ ਉਹਨਾਂ ਨੇ ਆਪਣੇ ਚੋਣ ਮੈਦਾਨ ਦੇ ਵਿੱਚ ਉਤਾਰੇ ਹੋਏ ਨੇ, ਤਾਂ ਜਿਹੜੇ ਵੱਡੀਆਂ ਵਿਰੋਧੀ ਪਾਰਟੀਆਂ ਨੂੰ ਵੱਡੀ ਟੱਕਰ ਵੀ ਦੇ ਰਹੇ ਨੇ। ਸੋ ਸਭ ਤੋਂ ਹਾਈ ਪ੍ਰੋਫਾਈਲ ਸੀਟ ਹੈ ਹਲਕਾ ਪੂਰਬੀ ਦੀ ਅੰਮ੍ਰਿਤਸਰ ਦੀ, ਜਿੱਥੋਂ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਚੋਣ ਲੜ ਰਹੇ ਨੇ। ਸੋ ਦੂਸਰੇ ਪਾਸੇ ਭਾਜਪਾ ਨੇ ਬਹੁਤ ਹੀ ਸੀਨੀਅਰ IAS ਅਫਸਰ ਸਰਦਾਰ ਜਗਮੋਹਨ ਸਿੰਘ ਰਾਜੂ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ। ਚੁਣੌਤੀਆਂ ਬਹੁਤ ਸਾਰੀਆਂ ਵੱਡੀਆਂ ਨੇ, ਬਹੁਤ ਸਾਰੀਆਂ ਉਮੀਦਾਂ ਨੇ। ਕਿਸ ਤਰੀਕੇ ਦੇ ਨਾਲ ਪਾਰਟੀ ਦੀ ਉਮੀਦ ਤੇ ਜਾਂ ਲੋਕਾਂ ਦੀ ਉਮੀਦਾਂ ਤੇ ਖਰਾ ਉਤਰਨਗੇ, ਸਾਡੇ ਨਾਲ ਇਸ ਵੇਲੇ ਖੁਦ ਮੌਜੂਦ ਨੇ ਸਰਦਾਰ ਜਗਮੋਹਨ ਸਿੰਘ ਜੀ। ਸਰ, ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਤੁਹਾਡਾ ਜੀ। ਸਤਿ ਸ਼੍ਰੀ ਅਕਾਲ ਅਜੀਤ ਅਖਬਾਰ ਦਾ, ਜਿਹਨੇ ਮੌਕਾ ਦਿੱਤਾ ਹੈ ਕਿ ਮੈਂ ਆਪਣੇ ਵਿਚਾਰ ਆਪਣੇ ਅੰਮ੍ਰਿਤਸਰ ਸਿਟੀ ਤੱਕ ਪਹੁੰਚਾ ਸਕਾਂ ਜੀ। ਸਭ ਤੋਂ ਪਹਿਲਾਂ ਤਾਂ ਜੀ ਅਸੀਂ ਜਾਣਨਾ ਚਾਹਾਂਗੇ ਕਿ ਤੁਹਾਡੀ ਹੁਣ ਤੱਕ ਦਾ ਪਿਛੋਕੜ ਕਿਵੇਂ ਦਾ ਰਿਹਾ ਜੀ, ਕਿਵੇਂ ਸ਼ੁਰੂਆਤ ਹੁੰਦੀ ਹੈ ਤੇ ਇਸ ਮੁਕਾਮ ਤੱਕ ਤੁਸੀਂ ਕਿਵੇਂ ਪਹੁੰਚੇ ਹੋ? ਮੇਰਾ ਜਨਮ ਫਰੀਦਕੋਟ 'ਚ ਹੋਇਆ। ਮੇਰੇ ਪਿਤਾ ਜੀ PCS ਅਫਸਰ ਸਨ ਔਰ ਬਾਅਦ 'ਚ ਉਹ IAS ਹੋਏ, ਡਿਪਟੀ ਕਮਿਸ਼ਨਰ ਰਹੇ ਪਟਿਆਲੇ ਔਰ ਗੁਰਦਾਸਪੁਰ ਦੇ ਵਿੱਚ। ਅਤੇ ਮੇਰੀ ਜ਼ਿੰਦਗੀ ਦੇ ਪਹਿਲੇ 21 ਸਾਲ ਸਾਰੇ ਪੰਜਾਬ 'ਚ ਹੀ ਅਲੱਗ-ਅਲੱਗ ਸ਼ਹਿਰਾਂ 'ਚ ਪੜ੍ਹਾਈ ਹੋਈ। ਨਾਭੇ ਪੰਜਾਬ ਪਬਲਿਕ ਸਕੂਲ ਔਰ ਪਟਿਆਲਾ, ਫਿਰ ਫਿਰੋਜ਼ਪੁਰ, ਫਿਰ ਗੁਰਦਾਸਪੁਰ, ਅਤੇ ਅਲਟੀਮੇਟਲੀ ਆਪਣਾ BA ਮੈਂ ਚੰਡੀਗੜ੍ਹੋਂ ਔਰ MA ਪੰਜਾਬ ਯੂਨੀਵਰਸਿਟੀ 'ਚ ਕੀਤੀ। ਗੁਰੂ ਮਹਾਰਾਜ ਦੀ ਮਿਹਰ ਸੀ ਕਿ BA 'ਚ ਮੈਂ ਯੂਨੀਵਰਸਿਟੀ ਟੌਪ ਕੀਤਾ ਔਰ 21 ਸਾਲ ਦੀ ਉਮਰ ਦੇ ਵਿੱਚ MA ਕਰਦੇ ਸੀ। ਉਹਦੇ ਨਾਲ ਹੀ ਫਿਰ ਗੁਰੂ ਮਹਾਰਾਜ ਦੀ ਫਿਰ ਮਿਹਰ ਹੋਈ, ਇਹ IAS ਸਿਲੈਕਸ਼ਨ ਹੋਈ ਜੀ। ਸਭ ਤੋਂ ਪਹਿਲੀ ਪੋਸਟਿੰਗ ਤੁਹਾਡੀ ਫਿਰ ਕਿਹੜੀ ਜਗ੍ਹਾ ਸੀ? ਦੇਖੋ IAS ਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਪੋਸਟਿੰਗ ਹੁੰਦੀ ਹੈ ਉਹ SDM ਦੀ ਹੁੰਦੀ ਹੈ। ਤੋ ਤਾਮਿਲਨਾਡੂ ਦੇ ਵਿੱਚ ਫਿਰ ਮੇਰੀ ਸੇਲਮ ਕਰਕੇ ਜਗ੍ਹਾ, ਉੱਥੇ ਪੋਸਟਿੰਗ ਸੀ ਜੀ। ਸੋ ਅਸੀਂ ਸਿਆਸੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਤਾਂ ਕਿ ਜਿਹੜੀ ਸੀਟ ਤੋਂ ਤੁਸੀਂ ਇਸ ਵੇਲੇ ਚੋਣ ਮੈਦਾਨ ਦੇ ਵਿੱਚੋਂ ਬੜੀ ਹਾਈ ਪ੍ਰੋਫਾਈਲ ਸੀਟ ਹੈ, ਦੇਸ਼ ਹੀ ਨਹੀਂ ਵਿਦੇਸ਼ ਦੇ ਲੋਕਾਂ ਦੀ ਵੀ ਇੱਥੇ ਨਿਗਾਹ ਟਿਕੀ ਹੋਈ ਹੈ ਕਿ ਉੱਥੋਂ ਕੌਣ ਜਿੱਤੇਗਾ। ਤੁਸੀਂ ਇਸ ਚੁਣੌਤੀ ਨੂੰ ਕਿਵੇਂ ਮੰਨਦੇ ਹੋ?
ਇਲੈਕਟੋਰਲ ਚੁਣੌਤੀ, ਚੁਣਾਵ ਦੀ ਚੁਣੌਤੀ ਤੋਂ ਬਹੁਤ ਵੱਡੀ ਚੁਣੌਤੀ ਹੈ ਅੰਮ੍ਰਿਤਸਰ ਦੀ ਡਿਵੈਲਪਮੈਂਟ। ਜੇ ਤੁਸੀਂ ਦੇਖੋ ਕਿ ਅੰਮ੍ਰਿਤਸਰ ਸਿਟੀ ਜਿਹੜਾ ਕਿ ਨਾ ਕੇਵਲ ਸਿੱਖਾਂ ਦਾ ਬਟ ਪੂਰੇ ਮੁਲਕ ਦਾ, ਪੂਰੇ ਪੰਜਾਬ ਦਾ, ਪੂਰੇ ਇੰਡੀਆ ਦਾ ਸਭ ਤੋਂ ਉਚੇਚਾ ਸਪੈਸ਼ਲ ਸਿਟੀ ਹੈ, ਪਰ ਜੇ ਤੁਸੀਂ ਡਿਵੈਲਪਮੈਂਟ ਦੇ ਪੱਖ ਤੋਂ ਦੇਖੋ ਤੇ ਇੱਕ ਪਿੰਡ ਦੀ ਤਰ੍ਹਾਂ ਇਹਦੀ ਡਿਵੈਲਪਮੈਂਟ ਹੈ। ਜਗ੍ਹਾ ਜਗ੍ਹਾ ਤੇ ਪਾਣੀ ਖੜਾ ਹੈ, ਜਗ੍ਹਾ ਜਗ੍ਹਾ ਤੇ ਕੂੜਾ ਪਿਆ ਹੈ, ਜਗ੍ਹਾ ਜਗ੍ਹਾ ਤੇ ਸੜਕਾਂ ਟੁੱਟੀਆਂ। ਇੱਦਾਂ ਦੀ ਡਿਵੈਲਪਮੈਂਟ ਮੈਂ 25-30 ਸਾਲ ਪਹਿਲਾਂ ਦੇਖਿਆ ਕਰਦੇ ਸੀ। ਮਤਲਬ ਇਹ ਸਿਟੀ ਕਮ ਸੇ ਕਮ 30 ਸਾਲ ਡਿਵੈਲਪਮੈਂਟ ਤੋਂ ਪਿੱਛੇ ਲੱਗਦੀ ਹੈ ਜੀ। ਤੁਸੀਂ ਅੰਮ੍ਰਿਤਸਰ ਦੀ ਗੱਲ ਕੀਤੀ, ਲੇਕਿਨ ਬਹੁਤ ਸਮਾਂ ਜਿਹੜਾ ਹੈ ਲਗਭਗ ਭਾਜਪਾ ਦੇ ਹੀ ਮੇਅਰ ਅੰਮ੍ਰਿਤਸਰ ਸਿਟੀ ਦੇ ਵਿੱਚ ਰਹੇ ਨੇ, ਤਾਂ ਉਸ ਪਾਰਟੀ ਨੂੰ ਤੁਸੀਂ ਰਿਪਰੈਜ਼ੈਂਟ ਵੀ ਕਰ ਰਹੇ ਹੋ। ਤੁਸੀਂ ਮੰਨਦੇ ਹੋ ਕਿ ਕਮੀ ਰਹਿ ਗਈ? ਮੈਨੂੰ ਲੱਗਦਾ ਹੈ ਕਿ ਜੇ ਚੀਜ਼ ਨਾ ਕੋਈ ਵੀ ਕਰਨੀ ਹੋਏ ਉਹਦੀ ਪੂਰੀ ਇਕੁਏਸ਼ਨ ਚਾਹੀਦੀ ਹੁੰਦੀ ਹੈ। ਉਸ ਇਕੁਏਸ਼ਨ ਦੇ ਵਿੱਚ ਜਿਸ ਤਰ੍ਹਾਂ ਕਿ 2014 'ਚ ਜੇ ਕਿਤੇ ਅਰੁਣ ਜੇਟਲੀ ਜੀ ਨੂੰ ਮੌਕਾ ਮਿਲ ਜਾਂਦਾ ਜਾਂ ਫਿਰ 2019 ਦੇ ਵਿੱਚ ਸਰਦਾਰ ਹਰਦੀਪ ਸਿੰਘ ਪੁਰੀ ਨੂੰ ਮੌਕਾ ਮਿਲਦਾ, ਤੇ ਫਿਰ ਜਿਹੜਾ ਸਾਰੀ ਕੰਬੀਨੇਸ਼ਨ ਬਣਦਾ ਕਿ ਸੈਂਟਰ ਤੋਂ ਸਾਰਾ ਫੰਡ ਆਉਂਦੇ ਤੇ ਅੱਛੀ ਡਿਵੈਲਪਮੈਂਟ ਹੋ ਸਕਦੀ ਸੀ। ਇਸੇ ਲਈ ਮੈਨੂੰ ਲੱਗਦਾ ਹੈ ਕਿ ਹੁਣ ਫਿਰ ਦੁਬਾਰਾ ਇੱਕ ਅੱਛਾ ਮੌਕਾ ਹੈ ਕਿ ਸੈਂਟਰ 'ਚ ਵੀ ਬੀਜੇਪੀ ਦੀ ਸਰਕਾਰ ਹੈ, ਤੇ ਜੇ ਪੰਜਾਬ 'ਚ ਵੀ ਬੀਜੇਪੀ ਨੂੰ ਮੌਕਾ ਮਿਲਦਾ ਹੈ ਤਾਂ ਜਿਹੜੇ 2.5 ਲੱਖ ਕਰੋੜ ਦਾ ਕਰਜ਼ੇ 'ਚ ਡੁੱਬੀ ਪੰਜਾਬ ਸਰਕਾਰ ਹੈ ਉਹਨੂੰ ਇੱਕ ਚੰਗੀ ਰਾਹਤ ਮਿਲ ਸਕਦੀ ਹੈ। ਤੁਸੀਂ ਸਿਰਫ ਹਲਕਾ ਪੂਰਬੀ ਤੱਕ ਸੀਮਿਤ ਰਹੋਗੇ ਕਿ ਜਾਂ ਤੁਸੀਂ ਪੂਰੇ ਅੰਮ੍ਰਿਤਸਰ ਦਾ ਵਿਜ਼ਨ ਲੈ ਕੇ ਇੱਥੇ ਆਏ ਹੋਏ ਹੋ? ਦੇਖੋ, ਜਿਹੜੀ ਕੋਈ ਇੱਕ ਵਿਜ਼ਨ ਹੁੰਦੀ ਹੈ ਉਹ ਨੈਰੋ ਵਿਜ਼ਨ ਨਹੀਂ ਹੁੰਦੀ ਹੈ ਕਿ ਬਈ ਤੁਸੀਂ ਇੱਕ ਛੋਟੀ ਚੀਜ਼ ਨੂੰ ਕਰੋ। ਕਿ ਨਗਰ ਦਾ ਜਿੱਦਾਂ ਹੁਣ ਡਿਵੈਲਪਮੈਂਟ ਹੋਏਗੀ ਤਾਂ ਉਹ ਇੱਕ ਟੋਟੈਲਿਟੀ 'ਚ ਹੋਏਗੀ, ਲੇਕਿਨ ਜੇ ਆਪਾਂ ਅਸੈਂਬਲੀ ਸੀਟਸ ਦੇਖੀਏ ਤਾਂ ਇਹਨੂੰ ਸਮਾਰਟ ਸਿਟੀ ਦੇ ਵਿੱਚ ਕਨਵਰਟ ਕੀਤਾ ਜਾ ਸਕਦਾ ਹੈ। ਬੜੀਆਂ ਸਰਕਾਰ ਦੀਆਂ ਸਕੀਮਾਂ ਹਨ, ਜੇ ਅੱਛੇ ਤਰੀਕੇ ਦੇ ਨਾਲ, ਸੋਚ ਵਿਚਾਰ ਦੇ ਨਾਲ, ਐਫੀਸ਼ੀਐਂਸੀ ਦੇ ਨਾਲ ਉਹਨਾਂ ਨੂੰ ਇੰਪਲੀਮੈਂਟ ਕੀਤਾ ਜਾਏ ਤੇ ਇਹ ਅਸੈਂਬਲੀ ਸੈਗਮੈਂਟ ਜਿਹੜਾ ਕਿ ਅੰਮ੍ਰਿਤਸਰ ਦਾ ਅੱਜ ਤੋਂ ਸਭ ਤੋਂ ਪਿਛੜਿਆ, ਮਤਲਬ ਅੰਮ੍ਰਿਤਸਰ ਹੀ ਬੈਕਵਰਡ ਦਿਖਦਾ ਹੈ, ਤੇ ਉਹਦੇ ਵਿੱਚੋਂ ਇਹ ਸਾਰਾ ਸਭ ਤੋਂ ਜ਼ਿਆਦਾ ਪਿਛੜਾ ਇਲਾਕਾ ਹੈ, ਇਹਨੂੰ ਡਿਵੈਲਪ ਕੀਤਾ ਜਾ ਸਕਦਾ ਹੈ ਜੀ। ਤੁਸੀਂ ਚੁਣੌਤੀਆਂ ਦੀ ਗੱਲ ਕੀਤੀ ਹੈ ਕਿ ਅੰਮ੍ਰਿਤਸਰ ਦੀ, ਹਾਲਾਂਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਮੁੱਦੇ ਨੇ। ਹੁਣ ਵਿਧਾਨ ਸਭਾ ਚੋਣਾਂ ਦੀ ਜੇਕਰ ਗੱਲ ਕਰੀਏ ਤਾਂ ਦੂਸ਼ਣਬਾਜ਼ੀ ਬਹੁਤ ਜ਼ਿਆਦਾ ਹੋ ਰਹੀ ਹੈ, ਇੱਕ ਦੂਜੇ ਦੇ ਖਿਲਾਫ ਬਹੁਤ ਤਰੀਕੇ ਦੇ ਕਮੈਂਟ ਚੱਲ ਰਹੇ ਨੇ, ਪਰ ਜਿਹੜੇ ਚੋਣ ਮੁੱਦੇ ਨੇ ਉਹ ਕਿਤੇ ਗਾਇਬ ਹੈ। ਲੋਕ ਵੀ ਇਹ ਚੀਜ਼ ਮਹਿਸੂਸ ਕਰ ਰਹੇ ਨੇ। ਤੁਸੀਂ ਕਿਹੜੇ ਚੋਣ ਮੁੱਦੇ ਲੈ ਕੇ ਜਾ ਰਹੇ ਹੋ ਲੋਕਾਂ ਦੇ ਵਿੱਚ? ਦੇਖੋ, ਇਸ ਇਲੈਕਸ਼ਨ ਦੇ ਵਿੱਚ ਜਿਹੜੇ ਦੋ ਵੱਡੇ ਕੰਟੈਸਟੈਂਟ, ਜਾਂ ਵੱਡੇ ਨਹੀਂ ਕਹਿੰਦਾ, ਮੈਂ ਕਹਿਣਾ ਜੀ ਮੇਰੇ ਤੋਂ ਪਹਿਲਾਂ ਜਿਹੜੇ ਦੋ ਵੱਡੇ ਕੰਟੈਸਟੈਂਟ ਆਏ ਨੇ ਉਹਨਾਂ ਵਿੱਚੋਂ ਇੱਕ ਦੀ ਜਿਹੜੀ ਸਪੈਸ਼ਲਾਈਜੇਸ਼ਨ ਹੈ ਉਹ ਐਂਟਰਟੇਨਮੈਂਟ ਦੀ ਹੈ, ਤੇ ਹੁਣ ਇਹ ਵੀ ਅਸੈਂਬਲੀ ਦਾ ਕੰਟੈਸਟ ਇੱਕ ਵੱਡਾ ਐਂਟਰਟੇਨਮੈਂਟ ਬਣ ਕੇ ਰਹਿ ਗਿਆ। ਤੇ ਗਾਲੀ ਗਲੋਚ, ਤੂੰ ਮੈਂ ਇੱਕ ਦੂਜੇ ਨੂੰ ਮਾਰਨ ਪਿੱਟਣਾ, ਹਰਾਣਾ, ਇੱਕ ਦੁਸ਼ਮਣੀ ਨੂੰ ਕੱਢਣਾ, ਉਹ ਇਲੈਕਸ਼ਨ ਦਾ ਇੱਕ ਜ਼ਰੀਆ ਬਣ ਚੁੱਕਿਆ ਹੈ ਜੀ। ਔਰ ਕੋਈ ਭਾਵਨਾ ਨਹੀਂ ਹੈ ਕਿ ਜੀ, ਕਿਉਂਕਿ ਇੱਦਾਂ ਹੁੰਦਾ ਨਾ ਜੀ, ਤੁਸੀਂ ਕਿਸੇ ਆਪਣੀ ਭਾਵਨਾ ਨੂੰ ਲੈ ਕੇ ਆਓ, ਇੱਕ ਆਪਣੀ ਅੰਬੀਸ਼ਨ ਨੂੰ ਲੈ ਕੇ ਆਓ, ਉਹ ਜਦੋਂ ਪੂਰੀ ਹੋ ਜਾਂਦੀ ਹੈ ਫਿਰ ਕੋਈ ਇੰਟਰਸਟ ਨਹੀਂ ਰਹਿੰਦਾ। ਤੇ ਜੇ ਮਜੀਠੀਆ ਸਾਹਿਬ ਦਾ ਇਹ ਇੰਟਰਸਟ ਹੈ ਕਿ ਮੈਨੂੰ ਤਾਂ ਸਿੱਧੂ ਨੂੰ ਹਰਾਉਣਾ ਹੈ, ਤੇ ਜਿੱਦਣ ਉਹ ਪੂਰਾ ਹੋ ਗਿਆ ਉਹ ਹੋਰ ਤਾਂ ਜਿਹੜਾ ਹੈ ਨਹੀਂ ਫਿਰ ਉਹਨਾਂ ਦੇ ਕੋਲ। ਇਸ ਦੀ ਉਲਟ ਜੇ ਤੁਸੀਂ ਮੇਰਾ ਕੇਸ ਲਓ, ਤੇ ਮੈਂ ਤਾਂ ਅੱਗੇ ਸਰ ਚੀਫ ਸੈਕਟਰੀ ਸੀਗਾ, 1.5 ਸਾਲ ਦੀ ਮੇਰੀ ਸਰਵਿਸ ਉੱਥੇ ਸੀਗੀ। ਮੈਂ ਤਾਂ ਉੱਥੋਂ ਰਿਜ਼ਾਈਨ ਕਰਕੇ, ਤੇ ਜਦੋਂ ਮੈਨੂੰ ਪ੍ਰਧਾਨ ਮੰਤਰੀ ਜੀ ਨੇ ਕਿਹਾ, ਮੋਦੀ ਸਾਹਿਬ ਨੇ, ਕਿ ਬਈ ਜਿੱਦਾਂ ਮੈਂ ਵਾਰਾਣਸੀ ਦੀ ਸੇਵਾ ਕੀਤੀ ਹੈ ਤੂੰ ਜਾ ਕੇ ਅੰਮ੍ਰਿਤਸਰ ਦੀ ਸੇਵਾ ਕਰਨੀ ਹੈ, ਤਾਂ ਉਸ ਲੈਵਲ 'ਤੇ ਮੈਨੂੰ ਉੱਥੋਂ ਬੁਲਾ ਕੇ ਇਹ ਸੇਵਾ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਮੈਨੂੰ ਦਿੱਤੀ ਹੈ। ਤਾਂ ਮੇਰਾ ਏਜੰਡਾ ਡਿਵੈਲਪਮੈਂਟ, ਕਿਉਂਕਿ ਇਸ ਕੰਮ ਲਈ ਹੀ ਆਇਆ ਮੈਂ, ਮੈਨੂੰ ਤਾਂ ਕਿਸੇ ਨਾਲ ਕੋਈ ਦੁਸ਼ਮਣੀ ਹੈ ਨਹੀਂ, ਸਿਰਫ ਪਿਆਰ ਹੈ ਔਰ ਸੇਵਾ ਦਾ ਇੱਕ ਮਨ 'ਚ ਭਾਵਨਾ ਹੈ। ਇਹਦੇ ਵਾਸਤੇ ਹਲਕਾ ਪੂਰਬੀ ਹੀ ਕਿਉਂ, ਹੋਰ ਕਿਸੇ ਹਲਕੇ ਤੋਂ ਵੀ ਤਾਂ ਹੋ ਸਕਦੀ ਸੀ? ਉਹਦੇ ਵੀ ਦੋ ਰੀਜ਼ਨ ਨੇ ਜੀ। ਕਿ ਮੈਂ ਇਹ ਸਮਝਦਾ ਕਿ ਮੇਰੀ ਇਹ ਪੰਜਾਬ ਲਈ ਔਰ ਦੇਸ਼ ਲਈ ਪੱਕੀ ਡਿਊਟੀ ਹੈ ਕਿ ਇੱਕ ਗਲਤ ਕੈਂਡੀਡੇਟ ਨੂੰ ਇੱਥੋਂ ਰਿਪਰੈਜ਼ੈਂਟੇਟਿਵ ਨਾ ਬਣਨ ਦੇਵਾਂ,
ਕਿਉਂਕਿ ਜੇ ਕਿਸੇ ਕੈਂਡੀਡੇਟ ਦੇ ਉੱਤੇ ਚਿੱਟੇ ਦੇ ਕੇਸਾਂ ਦੇ ਉੱਤੇ FIR ਲੱਗੇ ਨੇ ਤੇ ਜੇ ਕਿਸੇ ਕੈਂਡੀਡੇਟ ਨੂੰ ਉਹਦੇ ਬੌਸ ਨੇ ਇਹ ਆਫੀਸ਼ੀਅਲੀ ਕਹਿ ਦਿੱਤਾ ਹੋਏ ਇਹ ਨਿਕੰਮਾ ਹੈ, ਇਹਨੇ ਨਹੀਂ ਕੰਮ ਕਰਦਾ, ਤੇ ਫਿਰ ਡਿਊਟੀ ਨਹੀਂ ਮੇਰੀ ਬਣਦੀ ਕਿ ਉਹਨੂੰ ਰੋਕਿਆ ਜਾਏ। ਤੁਸੀਂ ਸਿਆਸੀ ਤੌਰ ਤੇ ਇਸ ਚੀਜ਼ ਨੂੰ ਲੈ ਰਹੇ ਹੋ ਕਿ ਜਾਂ ਸਿਰਫ ਇਹਨਾਂ ਦੋਨਾਂ ਨੂੰ ਰੋਕਣ ਵਾਸਤੇ ਤੁਹਾਨੂੰ ਚੋਣ ਮੈਦਾਨ 'ਚ ਉਤਰਨਾ ਪਿਆ ਜੀ? ਨਹੀਂ, ਤੁਸੀਂ ਮੇਰੀ ਗੱਲ ਸਮਝੇ ਨਹੀਂ ਜੀ। ਮੈਂ ਕਹਿ ਰਿਹਾ ਕਿ ਦੋ ਇਸ਼ੂ ਨੇ ਕਿ ਇੱਕ ਹੈ ਕਿ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਮੈਨੂੰ ਇਹ ਸਪਸ਼ਟ ਕੀਤਾ ਕਿ ਬਈ ਆ ਕੇ ਜਿੱਦਾਂ ਮੈਂ ਵਾਰਾਣਸੀ ਲਈ ਕੰਮ ਕਰਦਾ ਸੀ ਬੇਟੇ ਉਸੇ ਤਰ੍ਹਾਂ ਆਪਨੇ यहाँ पे काम करना है। दूजी गल ये है ਉਹਦੇ ਨਾਲ कि एक पॉजिटिव होगी एक नैगेटिव। नैगेटिव ये है कि जे कोई गलत बंदा है ਉਹਨੂੰ ਰੋਕਣ ਦੀ ਡਿਊਟੀ ਉਹ ਵੀ ਤਾਂ ਇੱਕ ਨੈਸ਼ਨਲ ਡਿਊਟੀ ਹੈ ਨਾ ਕਿ ਵੀ ਗਲਤ ਬੰਦੇ ਨੂੰ ਰੋਕਣਾ, ਕਿਉਂਕਿ ਜੇ ਇੱਦਾਂ ਦੇ ਬੰਦੇ ਸਰਕਾਰ 'ਚ ਆ ਜਾਂਦੇ ਨੇ ਔਰ ਸਰਕਾਰ ਦੇ ਮੋਢੀ ਬਣ ਜਾਂਦੇ ਨੇ ਤੇ ਦੇਖੋ ਕਿੰਨੀ ਆਪਣੀ ਮੁਲਕ ਦੀ ਨੁਕਸਾਨ ਹੋਣ ਵਾਲਾ ਹੈ, ਬੱਚਿਆਂ ਦਾ ਨੁਕਸਾਨ ਹੋਣ ਵਾਲਾ ਹੈ। ਹੋਰ ਬੱਚੇ ਨਸ਼ੇ ਕਰ ਕਰਕੇ ਸਾਰੀ ਆਪਣੀ ਜਨਰੇਸ਼ਨਾਂ ਖਰਾਬ ਹੋ ਜਾਣਗੀਆਂ। ਤੇ 20 ਸਾਲ ਤੋਂ ਅੰਮ੍ਰਿਤਸਰ ਪੰਜਾਬ ਲੈ ਲਓ, ਮੈਂ ਇੱਦਾਂ ਕਹਿਣਾ ਜੀ ਕਿ 1985 ਦੇ ਵਿੱਚ ਮੈਂ ਇੱਥੋਂ ਗਿਆ ਸੀਗਾ, ਉਦੋਂ ਪੰਜਾਬ ਟੌਪ 'ਤੇ ਸੀ ਤੇ ਤਾਮਿਲਨਾਡੂ ਹੇਠਾਂ ਸੀ, ਤੇ ਜਦੋਂ ਹੁਣ ਵਾਪਸ ਆਇਆ ਜੀ ਉਹ ਟੌਪ ਦੇ ਨੇ ਤੇ ਪੰਜਾਬ 20-25 ਨੰਬਰ 'ਤੇ ਆ ਚੁੱਕੇ ਹੈ ਜੀ। ਤੇ ਦੇਖੋ ਇਹ ਇੱਕ ਬਹੁਤ ਹੀ ਅਜੀਬ ਗੱਲ ਹੈ ਕਿ ਸਿੱਧੂ ਸਾਹਿਬ ਨੂੰ ਤੇ ਮਜੀਠੀਆ ਸਾਹਿਬ ਨੂੰ ਐਕਸਪੀਰੀਅੰਸ ਹੈ ਕਿ ਇੱਕ ਅੱਛੀ ਸਟੇਟ ਨੂੰ ਕਿੱਦਾਂ ਹੌਲੇ ਕਰਕੇ ਡਿੱਗ ਦੇਣਾ, ਇਹਦਾ ਐਕਸਪੀਰੀਅੰਸ ਹੈ। ਮੇਰੀ ਜਿੰਨੀ ਵੀ ਨੌਕਰੀ ਹੈ ਡਿਵੈਲਪਮੈਂਟ ਦੀ ਲੈਬੋਰਟਰੀ 'ਚ ਹੋਈ ਕਿ ਬਈ ਇੱਕ ਥੱਲੇ ਵਾਲੀ ਸਟੇਟ ਨੂੰ ਹੌਲੇ ਕਰਕੇ ਕਿੱਦਾਂ ਟੌਪ 'ਤੇ ਲਿਆਉਣਾ, ਇਹ ਤਾਮਿਲਨਾਡੂ 'ਚ ਅਸੀਂ ਸਿੱਖਿਆ। ਤੇ ਮੈਨੂੰ ਲੱਗਦਾ ਕਿ ਜਿਹੜਾ ਮੇਰਾ ਐਕਸਪੀਰੀਅੰਸ ਹੈ ਔਰ ਮੇਰੇ ਸਕਿੱਲ ਨੇ ਸ਼ਾਇਦ ਪੰਜਾਬ ਨੂੰ ਦੁਬਾਰਾ ਟੌਪ 'ਤੇ ਲਿਆਉਣ 'ਤੇ ਕੰਮ ਆਉਣਗੇ। ਸਿੱਧੂ ਸਾਹਿਬ ਵੀ ਅਕਸਰ ਜਦੋਂ ਗੱਲ ਕਰਦੇ ਨੇ ਪੰਜਾਬ ਮਾਡਲ ਦੀ ਤਾਂ ਤਾਮਿਲਨਾਡੂ ਦਾ ਖਾਸ ਤੌਰ ਤੇ ਉਹ ਜ਼ਿਕਰ ਕਰਦੇ ਨੇ, ਤੁਸੀਂ ਉੱਥੋਂ ਆਏ ਹੋ ਤੇ ਕਿਵੇਂ ਇਹ ਚੀਜ਼ ਸਾਰੀ ਜੁੜੇਗੀ? ਉਹ ਭਾਈ ਸਾਹਿਬ ਉਹ ਨਕਲੀ ਨੇ, ਉਹ ਤਾਂ ਮਾਡਲ ਦੀ ਗੱਲ ਕਰਦੇ, ਅਸੀਂ ਤਾਂ ਮਾਡਲ ਇੰਪਲੀਮੈਂਟ ਕਰਕੇ ਉੱਥੋਂ ਆ ਰਹੇ ਹਾਂ। ਔਰ ਦੂਜੀ ਗੱਲ ਇਹ ਹੈ ਕਿ ਉਹ 10 ਸਾਲ MP ਤੇ 5 ਸਾਲ MLA ਰਹਿ ਚੁੱਕੇ, ਉਹਦੇ ਵਿੱਚੋਂ 2 ਸਾਲ ਮਿਨਿਸਟਰ ਸੀਗੇ, ਫਿਰ ਵੀ ਉਹਨਾਂ ਨੂੰ ਇੱਕ ਹੋਰ ਪੋਰਟਫੋਲੀਓ ਮਿਲਿਆ ਜੋ ਉਹਨਾਂ ਨੇ ਲਿੱਤਾ ਨਹੀਂ, ਹੈ ਨਾ ਜੀ। ਤੇ ਉਦੋਂ ਜਦੋਂ ਮੌਕਾ ਮਿਲਿਆ ਸੀ ਉਦੋਂ ਤਾਂ ਉਹਨਾਂ ਨੇ ਇਹਨੂੰ ਮਾਡਲ ਨੂੰ ਇੰਪਲੀਮੈਂਟ ਨਹੀਂ ਕੀਤਾ ਔਰ ਬਿਲਕੁਲ ਫੇਲ ਹੋ ਗਏ। ਹੁਣ ਕਹਿੰਦੇ ਮੈਂ ਦੁਬਾਰਾ ਮਾਡਲ ਇੰਪਲੀਮੈਂਟ ਕਰਾਂਗਾ। ਤੇ ਇਹ ਤਾਂ ਬਹੁਤ ਸੋਹਣੀ ਗੱਲ ਹੈ ਨਾ ਕਿ ਓਰੀਜਨਲ ਬੰਦਾ ਜਿਹੜਾ ਤਾਮਿਲਨਾਡੂ ਤਾਂ ਵੈਲਫੇਅਰ ਸਟੇਟ ਤੋਂ ਕਰਕੇ ਆਇਆ। ਮੇਰੀ ਪੂਰੀ ਕਿਤਾਬ ਹੈ, ਥੀਸਿਸ ਹੈ ਜੀ ਆਪਣੇ ਐਕਸਪੀਰੀਅੰਸ ਦੇ ਉੱਤੇ। ਬੇਸਡ ਔਨ ਦੈਟ ਮੈਂ PhD ਕੀਤੀ ਟਿਸ ਤੋਂ, ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸਿਸ, ਕਿ ਜੀ ਇੱਕ ਵੈਲਫੇਅਰ ਸਟੇਟ ਫਸਟ ਕਲਾਸ ਕਿੱਦਾਂ ਬਣਾਈ ਜਾਂਦੀ ਹੈ ਔਰ ਤਾਮਿਲਨਾਡੂ ਮਾਡਲ ਕੀ ਹੈ। ਇਹ ਤਾਂ 2016 ਦਾ ਮੇਰਾ ਥੀਸਿਸ ਹੈ, ਕਿਤਾਬ ਬਣੀ ਹੈ ਜੀ ਉਹਦੇ ਉੱਤੇ। ਤੇ ਉਹ ਜਿਹੜਾ ਐਵੇਂ ਥਿਊਰੀ ਦੀਆਂ ਗੱਲਾਂ ਕਰ ਰਹੇ ਸਿੱਧੂ ਸਾਹਿਬ, ਅਸੀਂ ਤਾਂ ਪ੍ਰੈਕਟਿਸ ਕਰਕੇ ਆ ਰਹੇ ਹਾਂ ਉੱਥੋਂ। ਬੀਤੇ ਦਿਨ ਤੁਹਾਡਾ ਕੁਝ ਬਿਆਨ ਸੀ ਜਿਨ੍ਹਾਂ ਨੂੰ ਲੈ ਕੇ ਕੁਝ ਚਰਚਾਵਾਂ ਵਿੱਚ ਚੱਲੀਆਂ। ਸਭ ਤੋਂ ਪਹਿਲਾਂ ਬਿਆਨ ਤਾਂ ਮੈਂ ਗੱਲ ਕਰਾਂਗਾ ਕਿ ਜਿਹੜਾ ਤੁਸੀਂ ਕਿਹਾ ਸੀ ਕਿ ਅੰਮ੍ਰਿਤਸਰ ਨਸ਼ਿਆਂ ਦੀ ਰਾਜਧਾਨੀ ਆ, ਹਾਲਾਂਕਿ ਬਹੁਤ ਆਸਥਾ ਲੋਕਾਂ ਦੀ ਜੁੜੀ ਹੋਈ ਆ, ਨਸ਼ੇ ਤਾਂ ਲਗਭਗ ਦੇਸ਼ ਦੇ ਹਰ ਕੋਨੇ 'ਚ ਵੀ ਆ। ਮਤਲਬ ਇਸ ਚੀਜ਼ ਨੂੰ ਤੁਸੀਂ ਕਿਵੇਂ ਮਤਲਬ ਜਸਟੀਫਾਈ ਕਰਦੇ ਹੋ ਜਾਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿ ਵਾਕਿਆ ਹੀ ਇੱਥੇ ਬਹੁਤ ਜ਼ਿਆਦਾ ਨਸ਼ੇ ਨੇ ਬਾਕੀ ਸੂਬਿਆਂ ਨਾਲੋਂ? ਦੇਖੋ ਬਹੁਤ ਤੁਸੀਂ ਅੱਛਾ ਸਵਾਲ ਕੀਤਾ ਹੈ। ਕੁਝ ਚੀਜ਼ਾਂ ਹੁੰਦੀਆਂ ਜਿਹੜੀਆਂ ਸਿੰਬਲ ਹੁੰਦੀਆਂ, ਜਿੱਦਾਂ ਵਾਰਾਣਸੀ ਹੈ ਹਿੰਦੂ ਦਾ, ਜਿੱਦਾਂ ਕਿ ਮੱਕਾ ਹੈ ਨਾ ਜੀ ਮੁਸਲਮਾਨਾਂ ਦਾ, ਜਿੱਦਾਂ ਕਿ ਵੈਟੀਕਨ ਹੈ ਕ੍ਰਿਸਚਨਾਂ ਦਾ। ਤੇ ਗਲਤੀਆਂ ਜਾਂ ਸ਼ਰਾਬਾਂ ਜਾਂ ਨਸ਼ੇ ਜਾਂ ਹੋਰ ਕੋਈ ਤਰੁੱਟੀਆਂ ਸਾਰੀ ਦੁਨੀਆ 'ਚ ਹੁੰਦੀਆਂ, ਪਰ ਇਹੋ ਜਿਹੀਆਂ ਜਗ੍ਹਾ 'ਤੇ ਜੇ ਹੁੰਦੀਆਂ ਹੈ ਤਾਂ ਉਹਦੇ 'ਤੇ ਜ਼ਿਆਦਾ ਨੋਟਿਸ ਕੀਤਾ ਜਾਂਦਾ ਹੈ ਔਰ ਉਹਦੇ 'ਤੇ ਜ਼ਿਆਦਾ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਨਾ ਹੋਣ, ਕਿਉਂਕਿ ਉਹ ਸਾਰੇ ਵਰਲਡ ਵਿੱਚ ਉਸ ਮਜ਼ਹਬ ਨੂੰ, ਉਸ ਦੇਸ਼ ਨੂੰ ਰਿਪਰੈਜ਼ੈਂਟ ਕਰਦੀਆਂ। ਸਮਝਦੇ ਮੇਰੀ ਗੱਲ ਕਿ ਜੀ ਹਰ ਜਗ੍ਹਾ ਹੁੰਦੀਆਂ ਹੋਣਗੀਆਂ, ਪਰ ਜੇ ਵੈਟੀਕਨ 'ਚ ਹੋ ਜਾਏ ਤਾਂ ਸਾਰਾ ਕ੍ਰਿਸਚਨ ਵਰਲਡ ਦੁਖੀ ਹੋ ਜਾਂਦਾ ਹੈ। ਹਰ ਜਗ੍ਹਾ ਕੁਛ ਨਾ ਕੁਛ ਪ੍ਰੋਬਲਮ ਹੁੰਦੀ ਹੋਏਗੀ, ਪਰ ਜੇ ਮੱਕੇ ਦੇ ਵਿੱਚ ਕੁਛ ਐਸਾ ਹੋ ਜਾਏ ਤਾਂ ਸਾਰਾ ਮਜ਼ਹਬ ਉਹਨਾਂ ਦਾ, ਮੁਸਲਮਾਨਾਂ ਦੀ ਕਮਿਊਨਿਟੀ ਦੁਖੀ ਹੋ ਜਾਂਦੀ ਹੈ। ਇਸ ਲਈ ਮੈਨੂੰ ਲੱਗਦਾ ਹੈ ਕਿ ਇਹ ਕਹਿਣਾ ਕਿ ਜੀ ਹੁੰਦਾ ਤਾਂ ਨਸ਼ਾ ਸਾਰਾ ਹੈ, ਲੇਕਿਨ ਅੰਮ੍ਰਿਤਸਰ ਜਿੱਥੇ ਗੁਰੂ ਸਾਹਿਬ ਨੇ ਤਾਂ
ਇਸ ਲਈ ਮੈਂ ਤਾਂ ਥੋੜ੍ਹਾ ਜਿਹਾ SGPC ਨੂੰ ਵੀ ਕਹਾਂਗਾ ਕਿ ਭਾਈ ਸਾਹਿਬ ਤੁਹਾਡੀ ਜ਼ਿੰਮੇਵਾਰੀ ਸੀ। ਗੁਰੂ ਸਾਹਿਬ ਨੇ ਤਾਂ ਕਿਹਾ ਸੀ ਸ਼ਰਾਬ ਵੀ ਨਹੀਂ ਪੀਣੀ, ਤੇ ਤੁਸੀਂ ਨਸ਼ੇ ਕਰਵਾਤੇ, ਮਤਲਬ ਇੱਥੇ ਹੋ ਰਹੇ ਨੇ। ਔਰ ਸਿੱਖਾਂ ਦੀ ਜਿੱਥੇ ਮੈਜੋਰਿਟੀ ਹੈ ਤੇ ਕਿੱਦਾਂ ਹੋ ਸਕਦੀ ਹੈ? ਤੇ ਥੋੜ੍ਹਾ ਜਿਹਾ SGPC ਨੂੰ ਵੀ ਸੋਚਣਾ ਚਾਹੀਦਾ ਹੈ ਕਿ ਕੀ ਅਸੀਂ ਥੋੜ੍ਹਾ ਜਿਹਾ ਫੇਲ ਹੋਏ ਹੈ ਕਿ ਸਿੱਖੀ ਅਸੂਲਾਂ ਦੇ ਵਿੱਚ ਜਿਹੜੀ ਕਿ ਇਸ ਚੀਜ਼ਾਂ 'ਤੇ ਪੂਰੀ ਤਰ੍ਹਾਂ 'ਤੇ ਪਾਬੰਦੀ ਲੱਗਦੀ ਹੈ, ਉਹੀ ਦੇਸ਼, ਉਹੀ ਪੰਜਾਬ ਨਸ਼ਿਆਂ ਦੇ ਹੋ ਜਾਏ ਤਾਂ ਇਹਦਾ ਕੀ ਜ਼ਿੰਮੇਵਾਰੀ, ਕਿਹਦੀ ਜ਼ਿੰਮੇਵਾਰੀ ਹੈ? ਸੋ ਦੂਸਰਾ ਸਵਾਲ ਮੇਰਾ ਨਾਲ ਹੀ ਸੀ ਕਿ ਦੂਸਰਾ ਬਿਆਨ ਤੁਹਾਡਾ ਇਹ ਸੀ ਕਿ ਨਵਜੋਤ ਸਿੰਘ ਸਿੱਧੂ ਤੇ ਬਿਕਰਮ ਸਿੰਘ ਮਜੀਠੀਆ ਦੋਨੇ ਜਿਹੜੇ ਨੇ ਮੱਸੇ ਰੰਗਣ ਦੇ, ਸੋ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਦੇਖੋ, ਜੇ ਹਿਸਟਰੀ ਵਿੱਚ ਦੇਖੋ ਤਾਂ ਇਹ ਤੁਸੀਂ ਗੂਗਲ ਕਰਕੇ ਦੇਖੋ ਤੇ ਐਟਰੋਸਿਟੀਜ਼ ਔਨ ਪੰਜਾਬ ਦਾ ਚੈਪਟਰ ਖੋਲੋ, ਉਹਦੇ ਵਿੱਚ ਲਿਖਿਆ ਗਿਆ ਹੈ ਕਿ ਜਿਹੜੀ ਮਤਲਬ ਮੱਸਾ ਰੰਗੜ ਕੀ ਸੀ, ਇੱਕ ਹੁਕਮਨਾਮ ਸੀਗਾ, ਉਦੋਂ ਦਾ ਗਵਰਨਰ ਸੀ। ਉਹ 'ਚ ਲਿਖਿਆ ਗਿਆ ਹੈ ਕਿ ਉਹ ਮਾਰ ਲੁੱਟ ਕਰਦਾ ਸੀ, ਘਰਾਂ ਘਰਾਂ ਦੇ ਵਿੱਚ ਤੰਗ ਕਰਨਾ, ਸ਼ਰਾਬਾਂ ਕਰਨੀਆਂ। ਅਤੇ ਇਸ ਤਰੀਕੇ ਨਾਲ ਇੱਕ ਐਨੋਲੋਜੀ ਹੈ ਕਿ ਵੀ ਜਿਹੜਾ ਵੀ ਅੰਮ੍ਰਿਤਸਰ ਵਰਗੀ ਪਵਿੱਤਰ ਸਥਾਨ 'ਤੇ ਆਪਣਾ ਚਿੱਟੇ ਦਾ ਕੰਮ ਜਾਂ ਬਾਕੀ ਤਰੀਕੇ ਦੀ ਬਦਸਲੂਕੀ ਕਰੇਗਾ, ਉਹ ਦੁਨੀਆ ਦੀ ਅੱਖਾਂ ਦੇ ਵਿੱਚ ਮੱਸਾ ਰੰਗੜ ਹੀ ਕਲਵਾਏਗਾ। ਸੋ ਹੁਣ ਬਹੁਤ ਸਮਾਂ ਘੱਟ ਹੈ ਤੁਹਾਡੇ ਕੋਲ ਜੀ, ਲੋਕਾਂ ਤੱਕ ਕਿਵੇਂ ਅਪਰੋਚ ਕਰੋਗੇ, ਆਪਣਾ ਵਿਜ਼ਨ ਕਿਵੇਂ ਲੈ ਕੇ ਜਾਓਗੇ, ਕਾਂਗਰਸ ਦੀ ਆਈਡੀਓਲੋਜੀ ਲੋਕਾਂ ਤੱਕ ਕਿਵੇਂ ਲੈ ਕੇ ਜਾਓਗੇ? ਮੇਰਾ ਇਹ ਮੰਨਣਾ ਹੈ ਕਿ ਪਿਛਲੇ 5 ਸਾਲਾਂ ਤੋਂ ਅੱਗੇ ਹੀ ਵੋਟਰਾਂ ਨੇ ਮਨ ਬਣਾ ਲਿਆ। ਉਹਨਾਂ ਨੇ ਬਣਾਇਆ ਹੋਇਆ ਮਨ ਕਿ ਇਸ ਵਾਰੀ ਕਿਸੇ ਨਿਕੰਮੇ ਨੂੰ, ਜਿਹਨੂੰ ਕਿ ਉਹਦੇ ਬੌਸ ਨੇ ਇਹ ਕਹਿ ਦਿੱਤਾ ਹੋਏ ਕਿ ਨਹੀਂ ਜੀ ਇਹ ਕੰਮ ਕਰਨ ਦੇ ਫਿੱਟ ਨਹੀਂ ਹੈ, ਜਾਂ ਐਸੇ ਆਦਮੀ ਨੂੰ ਜਿਹੜਾ ਕਿ ਇੱਕ ਅੱਗੇ ਹੀ ਪ੍ਰੋਬਲਮ ਨੂੰ ਹੋਰ ਵਧਾਏ ਔਰ ਉਸ ਪ੍ਰੋਬਲਮ ਦੇ ਲਈ ਦੋਸ਼ੀ ਪਾਇਆ ਜਾਏ ਜਾਂ ਉਸ ਲਈ ਖਿਲਾਫ FIR ਦਰਜ ਹੋਏ, ਜਿਹਦੀ ਇੱਕ ਪਰਸਨੈਲਿਟੀ ਦੇ ਵਿੱਚ ਇਹ ਕਮੀ ਹੋਏ। ਉਹ ਮੈਨੂੰ ਲੱਗਦਾ ਹੈ ਕਿ 5 ਸਾਲਾਂ ਤੋਂ ਵੋਟਰਾਂ ਨੇ ਮਨ ਬਣਾਇਆ ਕਿ ਇਸ ਵਾਰੀ ਅਸੀਂ ਕਿਸੇ ਚੰਗੇ ਪੜ੍ਹੇ ਲਿਖੇ ਐਕਸਪੀਰੀਅੰਸਡ ਬੰਦੇ ਨੂੰ ਵੋਟ ਦੇਣੀ ਹੈ। ਤਾਂ ਮੈਨੂੰ ਨਹੀਂ ਲੱਗਦਾ ਕੋਈ ਇਹ ਟਾਈਮ ਦੀ ਕੋਈ ਕਮੀ ਹੈ ਇਹਦੇ ਉੱਤੇ ਜੀ। ਸਰ, ਬਹੁਤ ਸਾਰੇ ਬਿਊਰੋਕਰੇਟਸ ਜਿਹੜੇ ਨੇ ਇਸ ਤੋਂ ਪਹਿਲਾਂ ਵੀ ਸਿਆਸਤ ਦੇ ਵਿੱਚ ਆਏ ਨੇ, ਉੱਥੋਂ ਦਾ ਕੁਝ ਮਾਹੌਲ ਹੋਰ ਤਰੀਕੇ ਦਾ ਹੁੰਦਾ, ਸਿਆਸਤ ਦਾ ਅਲੱਗ ਹੀ ਮਾਹੌਲ ਹੁੰਦਾ ਇੱਕ, ਤਾਂ ਉਸ ਨੂੰ ਆਪਣੇ ਆਪ ਦੇ ਵਿੱਚ ਢਾਲਣਾ, ਲੋਕਾਂ ਦੇ ਮੁਤਾਬਕ ਚੱਲਣਾ, ਲੋਕਾਂ ਦੇ ਬਹੁਤ ਸਾਰੀਆਂ ਗੱਲਾਂ ਬਾਤਾਂ ਸੁਣਨੀਆਂ ਜਾਂ ਉਹਨਾਂ ਤੱਕ ਗੱਲ ਕਰਨੀ, ਮਤਲਬ ਦੋਨੇ ਅਲੱਗ ਮਾਹੌਲ ਹੁੰਦੇ ਨੇ। ਤੁਸੀਂ ਆਪਣੇ ਆਪ ਨੂੰ ਕਿਵੇਂ ਇਸ ਮਾਹੌਲ ਦੇ ਵਿੱਚ ਢਾਲੋਗੇ? ਦੇਖੋ, ਚਾਹੇ ਪੋਲੀਟੀਸ਼ੀਅਨ ਹੋਏ ਤੇ ਚਾਹੇ ਅਫਸਰ ਹੋਏ, ਈਵਨ ਅਫਸਰਾਂ ਦਾ ਬੇਸਿਕ ਕੰਮ ਲੋਕ ਸੇਵਾ ਔਰ ਪੋਲੀਟੀਸ਼ਨਾਂ ਦੀ ਲੋਕ ਸੇਵਾ ਹੈ। ਅਤੇ 37 ਸਾਲ ਲੋਕ ਸੇਵਾ ਕੀਤੀ ਇੱਕ ਰੂਪ ਦੇ ਵਿੱਚ। ਉਸੇ ਰੂਪ ਦਾ ਦੂਜਾ ਐਕਸਟੈਂਸ਼ਨ ਹੈ ਰਾਜਨੀਤਿਕ। ਅਤੇ ਮੈਂ ਇੱਕ ਬੜੇ ਕੋਈ ਵੱਡਾ ਰਿਆਸਤੀਦਾਰ ਨਹੀਂ ਹੈ, ਕੋਈ ਇੱਦਾਂ ਨਹੀਂ ਕਿਸੇ ਕਿ ਮੇਰੇ ਪਿਓ ਦਾਦੇ ਕੋਈ ਚੀਫ ਮਿਨਿਸਟਰ ਸਨ, मतलब नॉर्मल घर तो हैं, सेवा वाले हैं। और ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਮੁਸ਼ਕਿਲ ਹੋਏਗੀ ਦੁਬਾਰਾ ਇਸ ਨਈ ਰਿਸਪੌਂਸਿਬਿਲਟੀ ਦੇ ਵਿੱਚ ਲੋਕਾਂ ਦੇ ਨਾਲ ਘੁਲ ਮਿਲ ਕੇ, ਲੋਕਾਂ ਦੇ ਨਾਲ ਪਿਆਰ ਦੇ ਨਾਲ ਉਹਨਾਂ ਦੀਆਂ ਸੇਵਾ ਕਰਨਾ, ਮੈਨੂੰ ਕੋਈ ਇਹਦੇ 'ਚ ਮੁਸ਼ਕਿਲ ਨਹੀਂ ਲੱਗਦੀ ਜੀ। ਸਰ, ਜਾਂਦੇ ਜਾਂਦੇ ਕਿ ਤੁਸੀਂ ਆਪਣੀ ਪਾਰਟੀ ਦੀਆਂ ਕੀ ਸੰਭਾਵਨਾਵਾਂ ਦੇਖਦੇ ਹੋ ਇਸ ਵਾਰ ਇਸ ਇਲੈਕਸ਼ਨ ਦੇ ਵਿੱਚ? ਪਹਿਲੀ ਵਾਰੀ ਚੋਣ ਮੈਦਾਨ 'ਚ ਆਪਣੇ ਦਮ 'ਤੇ ਉਤਰੀ, ਬਹੁਤ ਸਾਰੀਆਂ ਸੀਟਾਂ 'ਤੇ ਉਤਰੀ ਹੈ ਜੀ। ਦੇਖੋ, ਆਪਣੇ ਫਾਇਦੇ ਲਈ ਨਹੀਂ, ਇਹ ਨਹੀਂ ਮੈਂ ਕਹਿੰਦਾ ਜੀ, ਮੈਂ ਆਪਣੇ ਫਾਇਦੇ ਲਈ ਮੈਂ ਸੋਚਦਾ ਹਾਂ ਕਿ ਪਾਰਟੀ ਸੱਤਾ ਵਿੱਚ ਆਏ। ਪਰ ਜੇ ਤੁਸੀਂ ਤਾਮਿਲਨਾਡੂ ਦਾ ਵੀ ਮਾਡਲ ਲਓ, ਉੱਥੇ ਵੀ ਅਕਾਲੀ ਦਲ ਵਾਂਗੂ ਇੱਕ ਬੜੀ ਸਟਰੋਂਗ ਰੀਜਨਲ ਪਾਰਟੀਆਂ ਨੇ ਸਾਲੋਂ ਸਾਲ ਰਾਜ ਕੀਤਾ ਹੈ। ਪਰ ਉਹਨਾਂ ਦਾ ਇੱਕ ਫੀਚਰ ਹੈ ਕਿ ਉਹ ਸੈਂਟਰ ਦੇ ਨਾਲ ਉਹਨਾਂ ਦੇ ਤਲਾਕਾਤ ਹਮੇਸ਼ਾ ਅੱਛੇ ਰਹੇ ਨੇ, ਕਿਉਂਕਿ ਬਹੁਤ ਚੀਜ਼ਾਂ ਹੁੰਦੀਆਂ ਜਿਹੜੀਆਂ ਕਿ ਸੈਂਟਰ ਤੋਂ ਆਉਣੀਆਂ ਹੁੰਦੀਆਂ। ਇਸ ਲਈ ਇਸ ਵਾਰ ਮੈਂ ਚਾਹੁੰਦਾ ਕਿ ਵੀ BJP ਪੂਰੇ ਜ਼ੋਰ ਨਾਲ ਪੰਜਾਬ 'ਚ ਚੁਣੀ ਜਾਏ ਔਰ ਉਹਨਾਂ ਨੂੰ ਮੌਕਾ ਦਿੱਤਾ ਜਾਏ, ਸੋ ਦੈਟ ਇਹ ਜਿਹੜੀ ਡਬਲ ਇੰਜਨ ਦੀ
ਸਰਕਾਰ ਹੈ ਕਿ ਇੱਥੇ ਵੀ ਉਹੀ ਸਰਕਾਰ ਹੋਏ ਜਿਹੜੀ ਕਿ ਸੈਂਟਰ 'ਚ ਹੈ। ਤੇ ਇਹ ਜੇ ਹੋ ਜਾਂਦਾ ਮੈਨੂੰ ਨਹੀਂ ਲੱਗਦਾ ਫਿਰ ਕੋਈ ਆਪਣੀ ਸਪੀਡ 'ਚ ਕਮੀ ਰਹਿਣ ਵਾਲੀ ਹੈ ਜੀ। ਸਰ ਆਖਰੀ ਸਵਾਲ ਲਵਾਂਗਾ ਤੁਹਾਡੇ ਕੋਲੋਂ ਕਿ ਪੱਛਮ ਬੰਗਾਲ ਤੇ ਪੰਜਾਬ ਦੋਨਾਂ ਦੀ ਜਿਹੜੀ ਤਸਵੀਰ ਹੈ ਕੁਛ ਬਾਕੀ ਸੂਬਿਆਂ ਨਾਲੋਂ ਬਾਕੀ ਦੇਸ਼ ਨਾਲੋਂ ਵੱਖਰੀ ਆ। ਹਮੇਸ਼ਾ ਇਹਨਾਂ ਦਾ ਕੇਂਦਰ ਦੇ ਨਾਲ 36 ਦਾ ਅੰਕੜਾ ਕਹਿਣ ਤੋਂ ਭਾਵ ਕਿ ਕੇਂਦਰ ਦੇ ਵਿੱਚ ਜਿਹੜੀ ਸਰਕਾਰ ਹੁੰਦੀ ਹੈ ਇਹਨਾਂ ਦੀ ਹਮੇਸ਼ਾ ਉਲਟ ਬਣਦੀ ਹੈ। ਕੁਛ ਇਸ ਤਰੀਕੇ ਦੀ ਪਰਸੈਪਸ਼ਨਸ ਬਣੀਆਂ ਹੋਈਆਂ ਨੇ, ਤਾਂ ਤੁਸੀਂ ਇਸ ਪਰਸੈਪਸ਼ਨ ਬਾਰੇ ਕੀ ਕਹਿਣਾ ਚਾਹੁੰਦੇ ਹੋ? ਇਹ ਬਿਲਕੁਲ ਗਲਤ ਗੱਲ ਹੈ। ਵੈਸਟ ਬੰਗਾਲ ਬੜੇ ਟਾਈਮ ਦੇ ਲਈ ਭਾਵੇਂ ਉਹ CPI ਹੋਏ, ਸੈਂਟਰ ਦੇ ਵਿੱਚ ਜਦੋਂ ਕਾਂਗਰਸ ਹੁੰਦੀ ਸੀ ਉਹਨਾਂ ਦਾ ਬਹੁਤ ਕਲੋਜ਼ ਰਿਲੇਸ਼ਨਸ਼ਿਪ ਰਿਹਾ। ਹਾਂਜੀ, ਤੋ ਇਸ ਲਈ ਇਹ ਕਹਿਣਾ ਕਿ ਹਮੇਸ਼ਾ ਸੈਂਟਰ ਦੇ ਵਾਲੇ ਤੋਂ ਅਲੱਗ ਕਰਦੇ ਨੇ, ਠੀਕ ਨਹੀਂ ਹੈ। ਤੇ ਹੁਣ ਵੀ ਦੇਖੋ ਵੈਸਟ ਬੰਗਾਲ 'ਚ 71 ਸੀਟਾਂ ਉਹਨਾਂ ਨੂੰ ਤੋਂ 70 ਤੋਂ ਜ਼ਿਆਦਾ ਸੀਟਾਂ ਮਿਲੀਆਂ, ਬੜੀ ਇੱਕ ਜ਼ਬਰਦਸਤ ਪ੍ਰੈਜ਼ੈਂਸ ਮਾਰਕ ਕੀਤੀ। ਪਰ ਪੰਜਾਬ ਦਾ ਮੈਨੂੰ ਲੱਗਦਾ ਮਨ ਬਣਿਆ ਹੋਇਆ ਹੈ ਕਿ ਬਾਕੀ ਪਾਰਟੀਆਂ ਨੂੰ ਬੜਾ ਮੌਕਾ ਦੇ ਦਿੱਤਾ ਹੈ ਤੇ ਸਿਰਫ ਡਿਵੈਲਪਮੈਂਟ ਕਰਕੇ, ਹੋਰ ਕਿਸੇ ਕਰਕੇ ਨਹੀਂ ਹੋਏ ਜਾਂ ਨਾ ਹੋਏ, ਡਿਵੈਲਪਮੈਂਟ ਕਰਕੇ BJP ਨੂੰ ਮੌਕਾ ਦੇਣਾ ਹੀ ਹੈ। ਦਿੱਲੀ ਦੀ ਇੱਕ ਹੋਰ ਜਿਹੜੀ ਪਾਰਟੀ ਹੈ ਜੀ, ਖਾਸ ਤੌਰ 'ਤੇ ਆਮ ਆਦਮੀ ਪਾਰਟੀ, ਉਹ ਵੀ ਇਸ ਵੇਲੇ ਬੜੇ ਜ਼ੋਰ ਸ਼ੋਰ ਦੇ ਨਾਲ ਪੰਜਾਬ ਦੇ ਵਿੱਚ ਡਟੀ ਹੋਈ ਆ। CM ਭਗਵੰਤ ਮਾਨ ਨੂੰ ਲਾਉਂਦੇ ਆ ਜੀ, ਉਹਦੇ ਬਾਰੇ ਤੁਹਾਡਾ ਕੀ ਇਸ ਵੇਲੇ ਰਾਏ ਹੈ? ਦੇਖੋ, ਅਰਵਿੰਦ ਇਜ਼ ਅ ਵੈਰੀ ਨਾਈਸ ਪੋਲੀਟੀਸ਼ੀਅਨ, ਸਾਡੇ ਅਫਸਰ ਹੀ ਸਨ, ਕੋਲੀਗ ਹੀ ਸਨ, 7-8 ਸਾਲ ਮੇਰੇ ਜੂਨੀਅਰ ਸਨ, ਬਟ ਅੱਛਾ ਉਹਨਾਂ ਦਾ ਛਵੀ ਸੀ। ਇਨਕਮ ਟੈਕਸ, ਮੇਰੀ ਵਾਈਫ ਵੀ ਇਨਕਮ ਟੈਕਸ ਤੋਂ ਹੀ ਨੇ ਅਤੇ ਉਹਨਾਂ ਤੋਂ 9 ਸਾਲ ਜੂਨੀਅਰ ਸੀਗੇ। ਲੇਕਿਨ ਮਾਨ ਸਾਹਿਬ ਦੀ ਇੰਡੀਵਿਜੂਅਲ ਚੀਜ਼ਾਂ ਤਾਂ ਮੈਂ ਨਹੀਂ ਜਾਣਦਾ। ਲੋਕ ਤਾਂ ਇਹ ਕਹਿੰਦੇ ਜੀ ਉਹ ਪੀਂਦੇ ਨੇ, ਖਾਂਦੇ ਨੇ, ਮੈਨੂੰ ਉਹਦੇ ਨਾਲ ਕੋਈ ਨਹੀਂ। ਸਵਾਲ ਇੱਕ ਹੈ, ਕੀ ਤੁਹਾਡੇ ਕੋਲ ਇਹ ਐਕਸਪੀਰੀਅੰਸ ਹੈ ਕਿ ਤੁਸੀਂ ਪੰਜਾਬ ਨੂੰ ਇਕਨੋਮਿਕਸ ਡਿਸਟ੍ਰੈਸ ਔਰ ਸੋਸ਼ਲ ਡਿਸਇੰਟੈਗ੍ਰੇਸ਼ਨ ਤੋਂ ਬਚਾ ਸਕਦੇ ਹੋ? ਸਕਿੱਲ ਸੈਟ ਹੈ ਨੇ, ਐਕਸਪੀਰੀਅੰਸ ਹੈ? ਜੇ ਹੈ ਤਾਂ ਦੱਸੋ। ਮੁਫਤਖੋਰੀ ਹਮੇਸ਼ਾ ਕਹਿਣ ਤੋਂ ਭਾਵ ਕਿ ਬਹੁਤ ਸਾਰੀਆਂ ਆਟਾ, ਦਾਲ, ਕੁਛ ਬਿਜਲੀ ਸਹੂਲਤ, ਦੂਜੀਆਂ ਤੀਜੀਆਂ ਸਹੂਲਤਾਂ ਜਿਹੜੀਆਂ ਮੁਫਤ ਅਸੀਂ ਦੇਵਾਂਗੇ, ਇਹਨਾਂ ਸਾਰੀਆਂ ਮੁਫਤਖੋਰੀ ਬਾਰੇ ਤੁਹਾਡਾ ਕੀ ਕੁੱਲ ਕਹਿਣਾ ਇਸ ਬਾਰੇ ਜੀ? ਇੱਕ ਹੁੰਦੀ ਹੈ ਜੀ ਚੀਜ਼ ਵੈਲਫੇਅਰ ਸਟੇਟ। ਬਹੁਤ ਅੱਛੀਆਂ ਕੰਟਰੀਆਂ ਜਿੱਦਾਂ ਕਿ ਸਕੈਂਡੀਨੇਵੀਅਨ ਕੰਟਰੀ, ਉਹਨੂੰ ਕਹਿੰਦੇ ਨਾਰਵੇ, ਡੈਨਮਾਰਕ, ਸਵੀਡਨ, ਜਾਂ ਫਿਰ ਆਪਣਾ ਇੰਡੀਆ ਦੀ ਹੀ ਐਗਜ਼ਾਮਪਲ ਲਓ ਅਤੇ ਬੈਸਟ ਵੈਲਫੇਅਰ ਸਟੇਟਸ ਨੇ ਤਾਮਿਲਨਾਡੂ, ਕੇਰਲਾ। ਉੱਥੇ ਇਹਦੀ ਇੱਕ ਤਾਲਮੇਲ ਚੱਲਦੀ, ਇਕਨੋਮਿਕ ਡਿਵੈਲਪਮੈਂਟ ਅਤੇ ਨਾਲ ਵੈਲਫੇਅਰ। ਠੀਕ ਹੈ ਜੀ। ਇੱਥੇ ਪਤਾ ਨਹੀਂ ਤੁਸੀਂ ਇਹਨੂੰ ਕੀ ਸ਼ਬਦ ਕੀਤਾ ਤੁਸੀਂ? ਮੁਫਤਖੋਰੀ ਕਹਿਣ ਤੋਂ ਬਾਅਦ ਕਿ ਮੁਫਤ 'ਚ ਚੀਜ਼ਾਂ ਮਿਲ ਰਹੀਆਂ ਨੇ ਤਾਂ ਲੋਕਾਂ ਨੂੰ ਲੱਗਦਾ ਕਿ ਪੈਸਾ ਤਾਂ ਪਹਿਲਾਂ ਹੀ ਅਸੀਂ ਡੁੱਬੇ ਹੋਏ ਕਰਜ਼ੇ ਦੇ ਵਿੱਚ ਤੇ ਲੋਕਾਂ ਵਾਸਤੇ ਕਿੱਥੋਂ ਆਏ। ਤਾਂ ਮੈਂ ਇਹ ਕਹਿ ਰਿਹਾ ਕਿ ਇੱਕ ਚੀਜ਼ ਨੂੰ ਜੇ ਗਲਤ ਨੀਅਤ ਨਾਲ ਕਰੀਏ ਕਿ ਮੇਰੀ ਇਹਦੀ ਰਿਕੁਆਇਰਮੈਂਟ ਨਹੀਂ ਹੈ ਪਰ ਆਹ ਕਰਨ ਨਾਲ ਮੈਨੂੰ ਵੋਟ ਮਿਲ ਜਾਊ, ਠੀਕ ਹੈ, ਉਹ ਮੁਫਤਖੋਰੀ। ਜੇ ਸੇਮ ਚੀਜ਼ ਇਸ ਨੀਅਤ ਨਾਲ ਕਰੀਏ ਕਿ ਇਹਦਾ ਫਾਇਦਾ ਸਟੇਟ ਨੂੰ, ਲੋਕਾਂ ਦੇ ਹੈਲਥ ਨੂੰ, ਲੋਕਾਂ ਦੀ ਐਜੂਕੇਸ਼ਨ ਨੂੰ, ਲੋਕਾਂ ਦੇ ਇੰਪਲੋਇਮੈਂਟ ਲਈ ਫਾਇਦਾ ਹੋਣਾ ਹੈ, ਅਤੇ ਫਿਰ ਉਹਨੂੰ ਵੈਲਫੇਅਰ ਸਟੇਟ ਕਹਿੰਦੇ ਆ ਜੀ। ਅਤੇ ਇਹ ਦੋਨਾਂ ਦਾ ਇਹ ਫਰਕ ਹੈ ਕਿ ਜੇ ਤੁਸੀਂ ਸੇਮ ਪੈਸਾ ਆਪਣੀ ਪਰਸਨਲ ਪੋਪੂਲੈਰਿਟੀ ਲਈ ਲਗਵਾਓ ਕਿ ਉਹ ਦੇਖੋ ਆਇਆ ਸੀ ਉਹਨੇ ਮੁਫਤ ਬਿਜਲੀ ਦੇ ਦਿੱਤੀ, ਉਹ ਦੇਖੋ ਆਇਆ ਸੀ ਉਹਨੇ ਮੁਫਤ ਦਾਲ ਦੇ ਦਿੱਤੀ, ਉਹ ਗਲਤ ਹੈ। ਪਰ ਜੇ ਜੈਨੂਅਨਲੀ ਕਿਸੇ ਦੀ ਰੋਟੀ ਨਹੀਂ ਕਿਸੇ ਨੂੰ ਘਰ ਨੂੰ ਮਿਲਦੀ ਅਤੇ ਜੇ ਤੁਸੀਂ ਰੋਟੀ ਦਿੰਦੇ ਹੋ, ਉਹ ਫਿਰ ਵੈਲਫੇਅਰ ਹੈ। ਸੋ ਬਹੁਤ ਬਹੁਤ ਧੰਨਵਾਦ ਸਰ। ਥੈਂਕ ਯੂ ਸਰ, ਮੈਂ ਬਹੁਤ ਮਿਹਰਬਾਨ ਹੈ ਆਪ ਜੀ ਨੇ ਮੈਨੂੰ ਮੌਕਾ ਦਿੱਤਾ ਕਿ ਆਪਨੇ ਆਪਣੇ ਵਿਚਾਰ ਮੈਂ ਆਪਣੇ ਕੌਂਸਟੀਟੂਐਂਸੀ ਤੱਕ ਪਹੁੰਚਾ ਸਕਾਂ ਜੀ। ਸੋ ਇਹ ਸਨ ਸਰਦਾਰ ਜਗਮੋਹਨ ਸਿੰਘ ਰਾਜੂ, ਜਿਨ੍ਹਾਂ ਨੇ ਅੱਜ ਬੜੇ ਵਿਸਥਾਰਪੂਰਵਕ ਸਾਡੇ ਨਾਲ ਗੱਲਬਾਤ ਕੀਤੀ ਹੈ ਕਿ ਅੱਜ ਜੋ ਇੱਕ ਵਿਜ਼ਨ ਲੈ ਕੇ ਪੰਜਾਬ ਦੇ ਵਿੱਚ, ਅੰਮ੍ਰਿਤਸਰ ਦੇ ਵਿੱਚ ਪਹੁੰਚੇ ਹੋਏ ਨੇ, ਤਾਂ ਇੱਥੋਂ ਤੱਕ ਉਹਨਾਂ ਨੇ ਕਿਹਾ ਕਿ ਜੇਕਰ ਉਹ ਇਸ ਹਲਕੇ ਤੋਂ ਜਿੱਤਦੇ ਨੇ ਜਾਂ ਜਿੱਤ ਪ੍ਰਾਪਤ ਹੁੰਦੀ ਹੈ ਤਾਂ ਇਸ ਨੂੰ ਸਮਾਰਟ ਸਿਟੀ ਦੇ ਵਿੱਚ ਵੀ ਹਲਕੇ ਨੂੰ ਲੈ ਜਾਇਆ ਜਾ ਸਕਦਾ ਹੈ। ਤਾਂ ਹੋਰ ਬਹੁਤ ਸਾਰੀਆਂ ਜਿਹੜੀਆਂ ਨੇ ਵਿਜ਼ਨ ਨੇ ਉਹ ਲੋਕਾਂ ਤੱਕ ਲੈ ਕੇ ਜਾਣਗੇ ਤਾਂ ਇੱਕ ਭਾਰੀ ਬਹੁਮਤ ਦੇ ਨਾਲ ਜਿੱਤ ਹਾਸਲ ਕਰਨਗੇ। ਹਰਿੰਦਰ ਸਿੰਘ ਦੇ ਨਾਲ ਸੁਰਿੰਦਰਪਾਲ ਸਿੰਘ ਵਰਪਾਲ, ਅੰਮ੍ਰਿਤਸਰ। ਆ ਲੈ ਚੂਰੀ ਬੰਨ ਦਿੱਤੀ ਹੈ। ਗਰਮ ਗਰਮ ਰੋਟੀ ਤੇ ਦਾਲ ਲਈ ਬੰਤੇ ਨੂੰ ਦੁਪਹਿਰੇ ਘਰ ਭੇਜ ਦੇਵੀਂ। ਤੇ ਬੇਬੇ ਮੇਰੀ ਰੋਟੀ ਆ ਪਈ ਹੈ ਮੰਜੇ ਤੇ। ਠੀਕ ਹੈ। ਤੰਤੋ, ਹਾਂ, ਰੱਬ ਸਦਾ ਸਲਾਮਤ ਰੱਖੇ ਬਾਦਲ ਨੂੰ। ਸਸਤਾ ਆਟਾ ਤੇ ਦਾਲ ਦਵਾ ਕੇ ਸਾਨੂੰ ਗਰੀਬਾਂ ਨੂੰ 2 ਜੂਨ ਦੀ ਰੋਟੀ ਪੱਕੀ ਕਰ ਦਿੱਤੀ। ਆਟਾ ਦਾਲ ਸਕੀਮ ਨਾਲ ਅਸੀਂ ਭੁੱਖੇ ਨਹੀਂ ਸੋਏ ਕਦੇ। ਐਤਕੀ ਵੋਟ ਬਾਦਲ ਨੂੰ ਹੀ ਪਾਉਣੀ ਹੈ, ਗਲਤੀ ਨਾ ਕਰੀ ਇਸ ਵਾਰ।
ਵੋਟ ਪਾਣੀ ਉਹਨਾਂ ਨੂੰ ਜਿਹੜੇ ਸਮਝਣ ਸਾਡੇ ਦਰਦਾਂ ਨੂੰ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।